ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ। ਪਿਛਲੇ 48 ਘੰਟਿਆਂ ਤੋਂ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਸੰਘਣੀ ਧੁੰਦ ਪੈ ਰਹੀ ਹੈ, ਇਹ ਹਾਲੇ ਹੋਰ ਸੰਘਣੀ ਹੋਣੀ ਆ। ਮੌਸਮ ਵਿਭਾਗ ਨੇ ਇਹ ਗੱਲ ਕਹੀ ਹੈ। ਲੰਘੇ ਕੱਲ੍ਹ ਸੂਰਜ ਦੀ ਟਿੱਕੀ ਦੇ ਦਰਸ਼ਨ ਬਹੁਤ ਘੱਟ ਹੋਏ ਆ। ਕੁਝ ਕੁ ਥਾਵਾਂ 'ਤੇ ਥੋੜ੍ਹੀ ਕੁ ਦੇਰ ਲਈ ਸੂਰਜ ਨਿਕਲਿਆ, ਪਰ ਆਮ ਤੌਰ 'ਤੇ ਪੇਂਡੂ ਖੇਤਰਾਂ ਦੇ ਵਿੱਚੋਂ ਖਬਰਾਂ ਆਈਆਂ ਕਿ ਸੂਰਜ ਦੇ ਦਰਸ਼ਨ ਹੋਏ ਨਹੀਂ। ਸਵੇਰ ਦੇ ਵੇਲੇ ਤੇ ਰਾਤ ਦੇ ਵੇਲੇ ਬੇਹੱਦ ਸੰਘਣੀ ਧੁੰਦ ਸੀ, ਬੇਹੱਦ ਗੂੜ੍ਹੀ ਧੁੰਦ ਸੀ, ਜਿਹਦੇ ਕਰਕੇ ਜਨਜੀਵਨ ਬੇਹੱਦ ਪ੍ਰਭਾਵਿਤ ਹੋਇਆ। ਕਣੀਆਂ ਪੈਣ ਦੀ ਸੰਭਾਵਨਾ ਆਉਂਦੇ 48 ਘੰਟਿਆਂ ਦੇ ਵਿੱਚ ਕਈ ਥਾਵਾਂ ਦੇ ਉੱਤੇ ਪ੍ਰਗਟਾਈ ਗਈ ਹੈ, ਪਰ ਇਹ ਵਕਤ ਦੱਸੂ ਕਿ ਸੰਭਾਵਨਾ ਕਿੰਨੀ ਕੁ ਸਹੀ ਸਾਬਤ ਹੁੰਦੀ ਹੈ। ਪਰ ਧੁੰਦ ਨੇ ਹਾਲੇ ਹੋਰ ਜ਼ੋਰ ਫੜਨਾ। ਕੋਰਾ ਬੇਹੱਦ ਪੈ ਰਿਹਾ ਤੇ ਪੈਣਾ, ਤੇ ਤਰੇਲ ਬੇਹੱਦ ਪੈ ਰਹੀ ਹੈ। ਇਸ ਕਰਕੇ ਬੇਨਤੀ ਸਾਡੀ ਇੱਕ ਨਿੱਜੀ ਤੌਰ ਦੇ ਉੱਤੇ ਹਰ ਰੋਜ਼ ਦੀ ਤਰ੍ਹਾਂ ਸੜਕਾਂ ਦੇ ਉੱਤੇ ਹੁਣ ਸੰਭਲ ਕੇ ਚੱਲੋ। ਹਾਦਸੇ ਵਾਪਰਨੇ ਸ਼ੁਰੂ ਹੋ ਗਏ ਆ। ਧੁੰਦ ਦੇ ਇਹਨਾਂ ਦਿਨਾਂ ਦੇ ਵਿੱਚ, ਇਹਨਾਂ 2 ਮਹੀਨਿਆਂ ਦੇ ਵਿੱਚ ਹਾਦਸੇ ਬਹੁਤ ਵਾਪਰਦੇ ਆ। ਕੀਮਤੀ ਜ਼ਿੰਦਗੀਆਂ ਚਲੀਆਂ ਜਾਂਦੀਆਂ ਜਾਂ ਕਈ ਲੋਕ ਅਪਾਹਜ ਹੁੰਦੇ ਆ। ਸੋ ਸੰਭਲ ਕੇ ਗੱਡੀ ਚਲਾਓ, ਆਪਣੀ ਤੇ ਆਪਣਿਆਂ ਦੀ ਜ਼ਿੰਦਗੀ ਦਾ ਖਿਆਲ ਰੱਖੋ। ਉਸ ਤੋਂ ਅਗਲੀ ਗੱਲ ਇਹ ਹੈ, ਜਿਹੜੀ ਵੱਡੀ ਖਬਰ ਬੀਜੇਪੀ ਤੇ ਪੰਜਾਬ ਲੋਕ ਕਾਂਗਰਸ ਦੇ ਗੱਠਜੋੜ ਨਾਲ ਸੰਬੰਧਿਤ। ਪਰ ਉਹਦੇ ਵੱਲ ਜਾਣ ਤੋਂ ਪਹਿਲਾਂ ਕਾਂਗਰਸ ਦੀ ਕਮਾਈ ਦਾ ਇੱਕ ਨਵਾਂ ਤਰੀਕਾ ਦੱਸਣਾ ਚਾਹੁੰਦੇ ਆ, ਕਿਉਂਕਿ ਪੰਜਾਬ ਕਾਂਗਰਸ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਵੱਖ-ਵੱਖ ਥਾਵਾਂ ਤੋਂ ਜਿਹੜੇ ਵੀ ਚੋਣ ਲੜਨ ਦੇ ਚਾਹਵਾਨ ਆ, ਉਹ ਆਪਣੇ ਫਾਰਮਾਂ ਜਿਹੜੇ ਆਉਂਦੇ 3 ਦਿਨਾਂ ਦੇ ਵਿੱਚ ਜਮ੍ਹਾਂ ਕਰਵਾ ਸਕਦੇ ਕਾਂਗਰਸ ਭਵਨ ਦੇ ਵਿੱਚ ਚੰਡੀਗੜ੍ਹ। ਇਹ ਗੱਲ ਕਹੀ ਗਈ ਆ ਕਿ ਆਪਣੇ ਫਾਰਮ ਭਰ ਕੇ ਦਿਓ, ਆਪਣਾ ਹਲਕਾ ਭਰ ਕੇ ਦਿਓ ਜਿੱਥੋਂ ਚਾਹਵਾਨ ਆ ਚੋਣ ਲੜਨ ਦੇ, ਆਪਣਾ ਤਜਰਬਾ ਜੋ ਕੁਝ ਵੀ ਉਹਦੇ ਵਿੱਚ ਫਾਰਮੈਲਿਟੀਆਂ ਦੇ ਤੌਰ ਦੇ ਉੱਤੇ ਆ, ਤੇ 10,000 ਰੁਪਈਆ ਨਾਲ ਇਹਦੇ ਫੀਸ ਰੱਖੀ ਗਈ ਆ, 10,000 ਰੁਪਈਆ। ਸੋ ਜਿਹੜੇ ਵੀ ਬੰਦੇ ਚਾਹਵਾਨ ਆ ਚੋਣ ਲੜਨ ਦੇ, ਉਹ 10,000 ਰੁਪਈਆ ਫੀਸ ਸਮੇਤ ਆਪਣੇ ਫਾਰਮ ਜਮ੍ਹਾਂ ਕਰਵਾ ਸਕਦੇ ਆ। ਉਹ ਜਿਹੜੇ ਫਾਰਮ ਆਉਣਗੇ ਉਹਨਾਂ ਨੂੰ ਬਾਅਦ ਦੇ ਵਿੱਚ ਸਕਰੀਨਿੰਗ ਕਮੇਟੀ ਸ਼ਾਰਟ ਲਿਸਟ ਕਰੂਗੀ। ਉਹ ਸ਼ਾਰਟ ਲਿਸਟ ਕਰਕੇ ਫਾਰਮਾਂ ਨੂੰ ਬਾਅਦ ਦੇ ਵਿੱਚ ਜਿਹੜੀ ਕੇਂਦਰੀ ਸਕਰੀਨਿੰਗ ਕਮੇਟੀ ਹੈ, ਸੈਂਟਰਲ ਸਕਰੀਨਿੰਗ ਕਮੇਟੀ ਹੈ, ਉਹਦੇ ਤੱਕ ਜਾਣਕਾਰੀ ਭੇਜੀ ਜਾਊਗੀ। ਉਹਦੇ ਵੱਲੋਂ ਫਿਰ ਅੰਤਮ ਸੂਚੀ ਤਿਆਰ ਕੀਤੀ ਜਾਊਗੀ। ਮਤਲਬ ਇਹ ਆ ਵੀ 10,000 ਰੁਪਈਆ ਪ੍ਰਤੀ ਦਾਅਵੇਦਾਰ ਚਾਹਵਾਨ ਉਹਨੂੰ ਜਮ੍ਹਾਂ ਕਰਵਾਉਣਾ ਪਊਗਾ। ਹੁਣ ਮੇਰੇ ਮਨ ਦੇ ਵਿੱਚ ਇੱਕ ਸਵਾਲ ਆ ਵੀ ਰਾਜਨੀਤਿਕ ਪਾਰਟੀਆਂ ਨੇ ਚਲੋ ਇਹ ਤਾਂ ਤਰੀਕਾ ਅਪਣਾ ਲਿਆ, ਵਧੀਆ ਗੱਲ ਆ। ਮੈਂ ਤਾਂ ਚਾਹੁੰਦਾ ਵੀ ਜਿਹੜਾ ਚੋਣ ਲੜਨ ਦਾ ਚਾਹਵਾਨ ਆ, ਭਾਵੇਂ ਰਕਮ ਇਸ ਤੋਂ ਵੱਧ ਰੱਖੀ ਜਾਵੇ, ਪਰ ਇੱਕ ਗੱਲ ਹੋਰ ਵੀ ਹੋ ਜਾਏ, ਕਿਉਂਕਿ ਬਿਲਕੁਲ ਇਹ ਉਸੇ ਤਰਜ਼ ਦੇ ਉੱਤੇ ਆ ਜਿਵੇਂ ਵੱਖ-ਵੱਖ ਮਹਿਕਮਿਆਂ ਦੀਆਂ ਅਸਾਮੀਆਂ ਨਿਕਲਦੀਆਂ ਤੇ ਉਹਦੇ ਵਿੱਚ ਇਹ ਗੱਲ ਕਹੀ ਜਾਂਦੀ ਕਿ ਡਰਾਫਟ ਇੰਨੇ ਦਾ ਨਾਲ ਭੇਜੋ, ਇੰਨੀ ਫੀਸ ਜਿਹੜੀ ਲੱਗੂਗੀ ਤੁਹਾਨੂੰ। ਜੇਕਰ ਤੁਸੀਂ ਅਸਾਮੀ ਦੇ ਲਈ ਆਪਣਾ ਨਾਂ ਭੇਜਣਾ ਚਾਹੁੰਦੇ ਆ, ਤੁਸੀਂ ਉਹ ਟੈਸਟ ਨੂੰ ਪਾਸ ਕਰਨਾ, ਇਹ ਬਾਅਦ ਦੀਆਂ ਪ੍ਰਕਿਰਿਆਵਾਂ, ਪਰ ਪਹਿਲਾਂ ਜਦੋਂ ਤੁਸੀਂ ਅਪਲਾਈ ਕਰਦੇ ਹੋ ਉਦੋਂ ਫੀਸ ਦੇਣੀ ਪੈਂਦੀ ਹੈ। ਪਰ ਪਤਾ ਨਹੀਂ ਉਹ ਕਿਹੜੇ ਵੇਲੇ ਭਰਤੀਆਂ ਹੁੰਦੀਆਂ, ਪਤਾ ਨਹੀਂ ਕਿਹੜੇ ਵੇਲੇ ਨਤੀਜਾ ਆਉਂਦਾ ਹੈ, ਪਰ 58 ਸਾਲ ਬਾਅਦ ਸੇਵਾ ਮੁਕਤੀ ਹੋ ਹੀ ਜਾਣੀ ਹੈ, ਇਹ ਗੱਲ ਪੱਕੀ ਹੁੰਦੀ ਹੈ। ਜਦੋਂ ਹੁਣ ਕਾਂਗਰਸ ਇਸ ਕੰਮ ਤੇ ਲੱਗੀ ਹੈ ਤਾਂ ਬਾਕੀ ਰਾਜਨੀਤਿਕ ਪਾਰਟੀਆਂ ਵੀ ਬੇਸ਼ੱਕ ਲੱਗ ਜਾਣ। ਇਹ ਵੀ ਇੱਕ ਗੱਲ ਕਦੇ ਤੈਅ ਕਰ ਦੇਣ ਕਿ 58 ਸਾਲ ਤੋਂ ਬਾਅਦ ਸੇਵਾ ਮੁਕਤੀ ਮੰਨੀ ਜਾਊਗੀ। ਬੰਦਾ ਉਮੀਦਵਾਰ ਨਹੀਂ ਬਣ ਸਕੂਗਾ, ਚੋਣ ਨਹੀਂ ਲੜ ਸਕੂਗਾ। ਕਾਸ਼ ਕਰੇ ਸਾਡੇ ਭਾਰਤ ਦੇ ਵਿੱਚ ਇਹ ਸਮਾਂ ਵੀ ਆਵੇ। ਮੈਨੂੰ ਰਹਿ ਕੇ ਦੁੱਖ ਹੁੰਦਾ ਕਿ 5 ਸਾਲ ਦੇ ਲਈ ਜਿਹੜਾ ਵਿਧਾਇਕ ਚੁਣਿਆ ਗਿਆ, ਮੈਂਬਰ ਪਾਰਲੀਮੈਂਟ ਚੁਣਿਆ ਗਿਆ, ਉਹਦੇ ਲਈ ਕੋਈ ਸਮਾਂ ਸੀਮਾ ਨਹੀਂ, ਕੋਈ ਉਮਰ ਦੀ ਹੱਦ ਨਹੀਂ। ਭਾਵੇਂ 75 ਸਾਲ ਦੀ ਉਮਰ 'ਚ ਚੋਣ ਲੜ ਲੇ, ਭਾਵੇਂ 85 ਸਾਲ ਦੀ ਉਮਰ 'ਚ ਚੋਣ ਲੜ ਲੇ, ਤੇ ਇੱਕ ਵਾਰੀ ਜਿੱਤਿਆ ਹੋਵੇ ਤੇ ਸਾਰੀ ਉਮਰ ਪੈਨਸ਼ਨ ਚੱਲਦੀ ਹੈ। ਜਦ ਕਿ ਸਾਰੀ ਉਮਰ ਨੌਕਰੀ ਕਰਨ ਦੇ ਬਾਵਜੂਦ ਡਾਂਗਾਂ ਖਾ ਕੇ, ਟੈਂਕੀਆਂ 'ਤੇ ਚੜ੍ਹ ਕੇ, ਰੇਲਾਂ ਦੇ ਮੂਹਰੇ ਲੰਮੇ ਪੈ ਕੇ, ਪਾਣੀ ਦੀਆਂ ਵਾਛੜਾਂ ਖਾ ਕੇ, ਮੰਤਰੀਆਂ ਦੇ ਘਰਾਂ ਮੂਹਰੇ ਧਰਨੇ ਦੇ ਕੇ ਮਸਾਂ ਨੌਕਰੀ ਮਿਲਦੀ ਹੈ। ਤੇ 58 ਸਾਲ ਬਾਅਦ ਜਦੋਂ ਸੇਵਾ ਮੁਕਤੀ ਹੁੰਦੀ ਹੈ ਤੇ ਉਸ ਤੋਂ ਬਾਅਦ ਪੈਨਸ਼ਨ ਕਹਿ ਦਿੰਦੇ ਜੀ ਕਿ ਤੁਹਾਨੂੰ ਇੰਨੀ ਕੁ ਮਿਲੂਗੀ। ਹੁਣ ਤਾਂ ਇੱਕ ਨਵਾਂ ਫਰਮਾਨ ਆ ਗਿਆ ਕੇਂਦਰ ਦੀ ਸਰਕਾਰ ਦੇ ਵੱਲੋਂ ਵੀ ਪੈਨਸ਼ਨ ਦੇਣੀ ਨਹੀਂ ਗੀ। ਸੋ ਇਹੋ ਜਿਹੀਆਂ ਗੱਲਾਂ ਚੱਲਦੀਆਂ। ਸੋ ਕਾਸ਼ ਜਿਵੇਂ ਮੁਲਾਜ਼ਮ ਆ ਉਸੇ ਤਰੀਕੇ ਦੇ ਨਾਲ ਹੀ ਲੰਮਾ ਸਮਾਂ ਨੌਕਰੀ ਕੀਤੀ ਜਾਵੇ ਤੇ ਨੌਕਰੀ ਨੂੰ ਨੌਕਰੀ ਸਮਝਣ ਸਾਡੇ ਨੇਤਾ। ਇਹ ਹੁਕਮਰਾਨ ਨਾ ਬਣ, ਇਹ ਸਿਰ ਦੇ ਉੱਤੇ ਚੜ੍ਹ ਕੇ ਰੌਲਾ ਨਾ ਪਾਉਣ। ਸੋ ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਇਹ ਹੈ ਕਿ ਬੀਜੇਪੀ ਨੇ ਬੇਸ਼ੱਕ ਮੌਕੇ ਨੂੰ ਤਾੜਦਿਆਂ, ਸਮੇਂ ਨੂੰ ਵਿਚਾਰਦਿਆਂ ਖੇਤੀ ਕਾਨੂੰਨ ਵਾਪਸ ਲੈ ਲਏ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੇ। ਉਸ ਤੋਂ ਬਾਅਦ ਕਿਸਾਨ ਅੰਦੋਲਨ ਦੀ ਆਰਜ਼ੀ ਤੌਰ ਦੇ ਉੱਤੇ ਸਮਾਪਤੀ ਹੋ ਗਈ ਹੈ, ਯਾਨੀ ਕਿ ਮੁਲਤਵੀ ਕਰ ਦਿੱਤਾ ਗਿਆ। ਪਰ ਕੀ ਪੰਜਾਬ ਦੇ ਵਿੱਚ ਬੀਜੇਪੀ ਦੇ ਨੇਤਾ ਖਾਸ ਕਰਕੇ ਪਿੰਡਾਂ ਦੇ ਵਿੱਚ ਜਾ ਸਕਣਗੇ, ਪਿੰਡਾਂ ਦੇ ਵਿੱਚੋਂ ਵੋਟ ਹਾਸਲ ਕਰ ਸਕਣਗੇ? ਇਹ ਇੱਕ ਬਹੁਤ ਵੱਡਾ ਸਵਾਲ ਆ। ਹੁਣ ਬੇਸ਼ੱਕ ਬੀਜੇਪੀ ਦੇ ਕਈ ਨੇਤਾ ਇਹ ਗੱਲ ਕਹਿੰਦੇ ਜੀ ਕਿ ਗੱਲ ਸਾਰੀ ਆਮ ਵਾਂਗੂ ਹੋ ਗਈ ਹੈ, ਪਰ ਮੈਨੂੰ ਨਿੱਜੀ ਤੌਰ 'ਤੇ ਜਾਪਦਾ ਤੇ ਬਹੁਤ ਸਾਰੇ ਸਿਆਸੀ ਮਾਹਰ ਵੀ ਇਹ ਗੱਲ ਕਹਿੰਦੇ ਆ ਕਿ 1 ਸਾਲ ਜਿਹੜੇ ਲੋਕਾਂ ਨੂੰ ਆਪਾਂ ਸੜਕਾਂ ਦੇ ਉੱਤੇ ਬਹਿਣ ਪੈਣ ਵਾਸਤੇ ਮਜਬੂਰ ਕੀਤਾ ਹੋਵੇ, 380 ਦਿਨ ਜਦੋਂ ਲੋਕ ਆਪਣੇ ਘਰਾਂ ਦੇ ਵਿੱਚੋਂ ਬਾਹਰ ਰਹੇ ਹੋਣ, 734 ਜਵਾਨ ਆ ਜਿਹੜੇ ਸਾਡੇ ਕਿਸਾਨ ਮਜ਼ਦੂਰ ਭੈਣਾਂ ਵੀਰ ਸ਼ਹੀਦ ਹੋਏ ਹੋਣ, ਉਦੋਂ ਇੰਨੀ ਛੇਤੀ ਗੱਲਾਂ ਭੁੱਲੀਆਂ ਨਹੀਂ ਜਾਂਦੀਆਂ।
ਵੀ ਆਪਾਂ ਇਹ ਗੱਲ ਕਹਿ ਦਈਏ ਕਿ ਹੁਣ ਗਜਨੀ ਥੋੜ੍ਹੀ ਆ ਵੀ ਆਪਾਂ ਗੱਲ ਭੁੱਲ ਗਏ, ਜਿਹੜਾ ਕੁਝ ਹੁਣ ਵਾਪਰਿਆ 15 ਮਿੰਟਾਂ ਬਾਅਦ ਫਿਰ ਭੁੱਲ ਗਏ। ਪੰਜਾਬ ਦੇ ਲੋਕ ਸ਼ਾਇਦ ਇੰਨੀ ਛੇਤੀ ਇਸ ਗੱਲ ਨੂੰ ਭੁੱਲਣਗੇ ਨਹੀਂ ਕਿ ਅਸੀਂ ਤਪੇ ਹੋਏ ਕਿਵੇਂ ਸੜਕਾਂ ਦੇ ਉੱਤੇ ਸੌਣ ਦੇ ਲਈ ਮਜਬੂਰ ਹੋਏ ਆ, ਕਿਵੇਂ ਸਾਨੂੰ ਕਦੇ ਅੰਦੋਲਨਜੀਵੀ, ਕਦੇ ਨਕਸਲੀ, ਕਦੇ ਖਾਲਿਸਤਾਨੀ, ਕਦੇ ਅੱਤਵਾਦੀ, ਕਦੇ ਮਾਓਵਾਦੀ, ਕਦੇ ਕੋਈ ਗੱਲ ਕਹਿੰਦੇ ਸੀ। ਕਿਹਨੇ ਬਦਨਾਮ ਨਹੀਂ ਕੀਤਾ। ਚਲੋ ਹੁਣ ਅਸੀਂ ਘਰਾਂ ਦੇ ਵਿੱਚ ਆ ਗਏ ਹਾਂ, ਪਰ ਇਹ ਗੱਲ ਮੈਨੂੰ ਨਿੱਜੀ ਤੌਰ ਤੇ ਜਾਪਦਾ ਵੀ ਗੱਲ ਭੁੱਲੀ ਨਹੀਂ ਜਾਊਗੀ ਕਿ ਸਾਡੇ ਨਾਲ ਕੀ ਸਲੂਕ ਕੀਤਾ ਗਿਆ। ਇਸੇ ਕਰਕੇ ਬੀਜੇਪੀ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਵੱਧ ਲੋੜ ਹੈ। ਪੇਂਡੂ ਖੇਤਰ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਤੇ ਸ਼ਹਿਰੀ ਖੇਤਰ ਦੇ ਵਿੱਚ ਬੀਜੇਪੀ ਵੱਧ ਤੋਂ ਵੱਧ ਮਾਰ ਮਾਰਨ ਦੀ ਕੋਸ਼ਿਸ਼ ਕਰੂਗੀ, ਜਾਂ ਕਹਿ ਲਈਏ ਮੱਲ ਮਾਰਨ ਦੀ ਕੋਸ਼ਿਸ਼ ਕਰੂਗੀ। ਇਸ ਤਰੀਕੇ ਦੀ ਸੰਭਾਵਨਾ ਆਉਂਦੇ ਸਮੇਂ ਦੇ ਵਿੱਚ ਪ੍ਰਗਟਾਈ ਜਾ ਰਹੀ ਹੈ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਤੇ ਫਿਰ ਕਰਾਂਗੇ ਟਿੱਪਣੀ। ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਦੀ ਸਰਕਾਰ ਨੇ ਸਿਆਸੀ ਹਿੱਤਾਂ ਦੇ ਲਈ ਦਿੱਲੀ ਦੀਆਂ ਹੱਦਾਂ ਦੇ ਉੱਤੇ ਕਿਸਾਨਾਂ ਦੀ ਘਰ ਵਾਪਸੀ ਕਰਵਾਉਣ ਦੇ ਲਈ ਮੰਗਾਂ ਸਾਰੀਆਂ ਮੰਨੀਆਂ। ਇਸ ਦੇ ਬਾਵਜੂਦ ਪੰਜਾਬ ਦੇ ਸਿਆਸੀ ਸਮੀਕਰਨ ਇਸ਼ਾਰਾ ਕਰ ਰਹੇ ਨੇ ਕਿ ਅੰਦੋਲਨ ਖਤਮ ਹੋਣ ਤੋਂ ਬਾਅਦ ਵੀ ਬੀਜੇਪੀ ਦਾ ਰਾਹ ਆਸਾਨ ਨਹੀਂ। ਕਿਸਾਨ ਅੰਦੋਲਨ ਦੇ ਵਿੱਚ ਪੰਜਾਬ ਦੇ ਸਭ ਤੋਂ ਵੱਡੇ ਵੋਟ ਬੈਂਕ ਕਿਸਾਨਾਂ ਨੇ 1 ਸਾਲ ਤੋਂ ਵੱਧ ਸਮਾਂ ਦਿੱਲੀ ਦੀਆਂ ਹੱਦਾਂ ਦੇ ਉੱਤੇ ਗੁਜ਼ਾਰਿਆ ਤੇ ਮਾੜੇ ਦਿਨ ਦੇਖੇ ਨੇ। ਤਨ ਤੇ ਮਨ ਦੇ ਉੱਤੇ ਸਰਕਾਰੀ ਤਸ਼ੱਦਦ ਚੱਲਿਆ। ਸੋ ਇਸ ਦਾ ਅਸਰ ਕਿਸਾਨ ਵੋਟ ਬੈਂਕ ਦੇ ਦਿਲੋਂ ਦਿਮਾਗ ਦੇ ਵਿੱਚੋਂ ਕੱਢ ਸਕਣਾ ਇੰਨਾ ਆਸਾਨ ਪ੍ਰਤੀਤ ਨਹੀਂ ਹੁੰਦਾ। ਖੇਤੀਬਾੜੀ ਕਾਨੂੰਨ ਵਾਪਸ ਲੈਣ ਤੇ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨ ਲੈਣ ਦੇ ਪਿੱਛੇ ਬੀਜੇਪੀ ਦੀ ਮਨਸ਼ਾ ਸਾਫ਼ ਦਿਖਾਈ ਦਿੰਦੀ ਹੈ। ਪੰਜਾਬ ਦੇ ਵਿੱਚ ਅਗਲੇ ਮਹੀਨੇ ਨਵੇਂ ਸਾਲ ਦੇ ਵਿੱਚ ਵਿਧਾਨ ਸਭਾ ਚੋਣਾਂ ਦਾ ਐਲਾਨ ਹੋਣ ਵਾਲਾ ਤੇ ਭਾਜਪਾ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਤੇ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨਣ ਦਾ ਲਾਭ ਲੈਣਾ ਚਾਹੁੰਦੀ ਹੈ। ਪੰਜਾਬ ਦੀ ਸਿਆਸਤ ਦੇ ਵਿੱਚ ਭਾਜਪਾ ਆਪਣੇ ਦਮ ਦੇ ਉੱਤੇ ਐਂਟਰੀ ਕਰਨ ਦਾ ਜਨ ਆਧਾਰ ਬਣਾਉਣ ਦੀ ਫਿਰਾਕ ਦੇ ਵਿੱਚ ਆ। ਹਾਲਾਂਕਿ ਕਿਸਾਨ ਇੰਨੀ ਜਲਦੀ ਮਾਨਸਿਕ ਤੇ ਸਰੀਰਕ ਤਸ਼ੱਦਦ ਦੇ ਵਿੱਚੋਂ ਬਾਹਰ ਨਿਕਲਣਗੇ ਇਸ ਗੱਲ ਦੀ ਆਸ ਨਹੀਂ। ਪੰਜਾਬ ਦੇ ਵਿੱਚ ਭਾਜਪਾ ਆਪਣੀ ਐਂਟਰੀ ਦੇ ਲਈ ਕੈਪਟਨ ਅਮਰਿੰਦਰ ਸਿੰਘ ਦਾ ਸਹਾਰਾ ਲੈ ਰਹੀ ਹੈ। ਕੈਪਟਨ ਹੀ ਇਹੋ ਜਿਹੇ ਵਿਅਕਤੀ ਨੇ ਜਿਹੜੇ ਕਿਸੇ ਵੇਲੇ ਕਿਸਾਨੀ ਦੇ ਹੱਕ ਦੇ ਵਿੱਚ ਬੋਲਦੇ ਰਹੇ ਨੇ। ਇਹ ਗੱਲ ਵੱਖਰੀ ਹੈ ਕਿ ਪਿਛਲੇ ਸਮੇਂ ਦੇ ਵਿੱਚ ਉਹਨਾਂ ਨੇ 4.5 ਸਾਲ ਦੇ ਵਿੱਚ ਕੀਤੇ ਹੋਏ ਵਾਅਦੇ ਪੂਰੀ ਤਰ੍ਹਾਂ ਕਿਸਾਨੀ ਨਾਲ ਵੀ ਪੂਰੇ ਨਹੀਂ ਕੀਤੇ। ਪੰਜਾਬ ਦੇ ਵਿੱਚ ਕੇਂਦਰ ਸਰਕਾਰ ਦੇ ਅਧੀਨ ਆਉਂਦੇ ਟੋਲ ਪਲਾਜ਼ੇ ਹੋਣ ਜਾਂ ਰੇਲਵੇ ਟਰੈਕ, ਜਿੱਥੇ ਵੀ ਕਿਸਾਨਾਂ ਨੇ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਪੱਕਾ ਧਰਨਾ ਲਾਇਆ, ਉੱਥੋਂ ਉਹਨਾਂ ਨੂੰ ਉਠਾਉਣ ਦੇ ਲਈ ਕੈਪਟਨ ਨੇ ਆਪਣੇ ਸ਼ਾਸਨ ਕਾਲ ਦੇ ਵਿੱਚ ਕੇਂਦਰ ਦੀ ਕੋਈ ਵੀ ਮਦਦ ਨਹੀਂ ਕੀਤੀ। ਇੱਥੇ ਵੀ ਦੱਸਣਾ ਬਣਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਜਾਣਦੇ ਨੇ ਕਿ ਪੰਜਾਬ ਦੀ 75% ਦੀ ਆਬਾਦੀ ਖੇਤੀਬਾੜੀ 'ਤੇ ਨਿਰਭਰ ਹੈ ਤੇ ਪੰਜਾਬ ਦੀਆਂ 117 ਸੀਟਾਂ ਦੇ ਵਿੱਚੋਂ 77 ਸੀਟਾਂ ਦੇ ਉੱਤੇ ਕਿਸਾਨ ਭਾਈਚਾਰੇ ਦਾ ਜ਼ੋਰ ਹੈ। ਇਸ ਕਰਕੇ ਬੀਜੇਪੀ ਚਾਹੁੰਦੀ ਹੈ ਕਿ ਪੇਂਡੂ ਖੇਤਰ ਦੇ ਵਿੱਚ ਵੜਨ ਦੇ ਲਈ ਕੈਪਟਨ ਅਮਰਿੰਦਰ ਸਿੰਘ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਬੇਸ਼ੱਕ ਬੀਜੇਪੀ ਨੂੰ ਇਹ ਪ੍ਰਤੀਤ ਹੋ ਰਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਾਹਿਬ ਨੇ ਜਿਹੜੇ ਉਹ ਉਹਨਾਂ ਦਾ ਬੇੜਾ ਬੰਨੇ ਲਾ ਸਕਦੇ ਆ, ਪਰ ਇਹ ਵੀ ਗੱਲ ਭੁੱਲਣੀ ਨਹੀਂ ਚਾਹੀਦੀ ਕਿ ਕੈਪਟਨ ਅਮਰਿੰਦਰ ਸਿੰਘ ਨੇ ਵੀ ਕੋਈ ਤਲੀ ਦੇ ਉੱਤੇ ਸਰੋਂ ਜਮਾ ਕੇ 4.5 ਸਾਲ ਦੇ ਵਿੱਚ ਦਿਖਾਈ ਨਹੀਂ। ਜੇ ਅੱਜ ਕਿਸਾਨ ਇਹ ਗੱਲ ਕਹਿੰਦੇ ਆ ਕਿ ਚੰਨੀ ਸਰਕਾਰ ਸਾਡੇ ਲਈ ਕੁਝ ਨਹੀਂ ਕਰਦੀ, ਤਾਂ ਇਹਦਾ ਸਭ ਤੋਂ ਵੱਡਾ ਕਾਰਨ ਇਹ ਵੀ ਆ ਕਿ ਕੈਪਟਨ ਅਮਰਿੰਦਰ ਸਿੰਘ ਨੇ 17 ਦੇ ਚੋਣ ਮੈਨੀਫੈਸਟੋ ਵਿੱਚ ਕੀਤੇ ਹੋਏ ਵਾਅਦਿਆਂ ਵਿੱਚੋਂ ਪੂਰੇ ਨਹੀਂ ਕੀਤੇ। ਭਾਵੇਂ ਕੈਪਟਨ ਸਾਹਿਬ ਇਹ ਗੱਲ ਕਹੀ ਜਾਣ ਆਪ ਹੀ ਆਪਦੇ ਮੂੰਹੋਂ ਕਿ ਮੈਂ 92% ਦੀ ਵਾਅਦੇ ਪੂਰੇ ਕਰਤੇ, ਪਰ ਪੰਜਾਬ ਦੇ ਵਿੱਚੋਂ 92 ਬੰਦੇ ਤਾਂ ਲੱਭ ਕੇ ਦਿਖਾਓ ਜਿਹੜੇ ਇਹ ਗੱਲ ਕਹਿੰਦੇ ਹੋਣ ਕਿ ਹਾਂ 92% ਦੀ ਵਾਅਦੇ ਕੈਪਟਨ ਸਾਹਿਬ ਨੇ ਪੂਰੇ ਕੀਤੇ ਆ। ਸੋ ਪੰਜਾਬ ਦੇ ਸਾਰੇ ਵਰਗ ਨਿਰਾਸ਼ ਸੀ, ਸਾਰੇ ਵਿਧਾਇਕ ਨਿਰਾਸ਼ ਸੀ, ਸਾਰੇ ਮੰਤਰੀ ਨਿਰਾਸ਼ ਸੀ। ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਲਾਂਭੇ ਕੀਤਾ ਗਿਆ। ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕੋਈ 5-4 ਸਾਲ 7 ਸਾਲ 8 ਸਾਲ ਨਹੀਂ ਹੋਏ ਲਾਂਭੇ ਹੋਇਆ, ਹਾਲੇ 3-3.5 ਮਹੀਨੇ ਹੋਏ ਆ। ਇਹਨਾਂ 3.5 ਮਹੀਨਿਆਂ ਨੂੰ ਵੀ ਕਿਸਾਨ ਨਹੀਂ ਭੁੱਲੇ ਤੇ ਜੋ ਬਾਰਡਰਾਂ ਦੇ ਉੱਤੇ 380 ਦਿਨ ਬੈਠੇ ਆ ਉਸ ਗੱਲ ਨੂੰ ਵੀ ਨਹੀਂ ਭੁੱਲੇ। ਇਸ ਕਰਕੇ ਪੰਜਾਬ ਦੇ ਪਿੰਡਾਂ ਦੇ ਵਿੱਚੋਂ ਕੈਪਟਨ ਅਮਰਿੰਦਰ ਸਿੰਘ ਕਿੰਨੀ ਕੁ ਵੋਟ ਖਿੱਚਣ ਦੇ ਵਿੱਚ ਕਾਮਯਾਬ ਹੋਣਗੇ, ਇਹਦੇ ਵੱਲ ਖਿਆਲ ਰੱਖਣਾ ਚਾਹੀਦਾ। ਬੀਜੇਪੀ ਦੀ ਸ਼ਹਿਰੀ ਖੇਤਰ ਦੇ ਵਿੱਚ ਵੋਟ ਪੱਕੀ ਰਹੀ ਹੈ। ਐਤਕੀ ਉਹ ਪੱਕੀ ਇਹਨਾਂ ਦੇ ਖਾਤੇ ਦੇ ਵਿੱਚ ਜਾਂਦੀ ਕਿ ਨਹੀਂ, ਇਹ ਵਕਤ ਬਿਆਨ ਕਰੂਗਾ, ਕਿਉਂਕਿ ਸਮੇਂ ਦੇ ਨਾਲ GST ਦੇ ਕਰਕੇ, ਕਰੋਨਾ ਮਹਾਮਾਰੀ ਦੇ ਕਰਕੇ, ਨੋਟਬੰਦੀ ਦੇ ਕਰਕੇ ਵਪਾਰੀ ਵਰਗ ਵੀ ਝੰਬਿਆ ਪਿਆ। ਸੋ ਬੀਜੇਪੀ ਪੰਜਾਬ ਦੇ ਵਿੱਚ ਕੈਪਟਨ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਊ ਜਾਂ ਕਿਸੇ ਹੋਰ ਨੂੰ ਬਣਾਊ, ਇਹ ਵਕਤ ਦੱਸੂ, ਪਰ ਬੀਜੇਪੀ ਪੰਜਾਬ ਦੇ ਵਿੱਚ ਆਪਣਾ ਬੇੜਾ ਬੰਨੇ ਕਿਵੇਂ ਲਾਊ, ਇਹ ਸਭ ਤੋਂ ਵੱਡਾ ਸਵਾਲ ਬਣਿਆ ਹੋਇਆ। ਰਾਜਨੀਤਿਕ ਮਾਹਰ ਇਹਦੇ ਉੱਤੇ ਕਈ ਕਿਸਮ ਦੀ ਵਿਚਾਰ ਚਰਚਾ ਕਰ ਰਹੇ ਆ ਵੀ ਇਉਂ ਵੀ ਹੋ ਸਕਦਾ, ਇਉਂ ਵੀ ਹੋ ਸਕਦਾ। ਕੀ ਕੈਪਟਨ ਅਮਰਿੰਦਰ ਸਿੰਘ ਆਪਣਾ ਤੇ ਆਪਣੀ ਹਮਖਿਆਲ, ਜਿਹਨੂੰ ਕਿ ਉਹ ਬੀਜੇਪੀ ਕਹਿੰਦੇ ਆ, ਹਮਖਿਆਲ ਕਹਿੰਦੇ ਆ, ਇਹ ਸਾਰਾ ਕੁਝ ਸਹੀ ਹੋ ਸਕੂ, ਇਹ ਵਕਤ ਬਿਆਨ ਕਰੂਗਾ। ਪੰਜਾਬ ਕਾਂਗਰਸ ਦੇ ਵਿੱਚ ਕਈ ਵੱਡੇ ਚਿਹਰੇ ਸ਼ਾਮਲ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਕੁਝ ਦਿਨ ਪਹਿਲਾਂ ਇਸ ਗੱਲ ਦੀ ਚਰਚਾ ਚੱਲੀ ਕਿ ਹਰਭਜਨ ਸਿੰਘ ਭੱਜੀ ਜਿਹੜੇ ਕਿ ਕ੍ਰਿਕਟਰ ਹੈ, ਸਪਿਨ ਗੇਂਦਬਾਜ਼ ਆ, ਫਿਰਕੀ ਗੇਂਦਬਾਜ਼ੀ ਦੇ ਵਿੱਚ ਮਸ਼ਹੂਰ ਰਹੇ ਆ, ਹੈਗੇ ਵੀ ਆ, ਤੇ ਉਹ ਭਾਜਪਾ ਦੇ ਵਿੱਚ ਸ਼ਾਮਲ ਹੋ ਸਕਦੇ ਆ। ਖਬਰਾਂ ਇਹ ਵੀ ਆਈਆਂ ਕਿ ਹਰਭਜਨ ਸਿੰਘ ਭੱਜੀ ਤੇ ਯੁਵਰਾਜ ਸਿੰਘ ਦੋਨੋਂ ਕ੍ਰਿਕਟਰ ਆ ਜਿਹੜੇ ਉਹ ਭਾਜਪਾ ਦੇ ਵੱਲ ਜਾ ਸਕਦੇ ਆ। ਕਮਲ ਦਾ ਫੁੱਲ ਇਹਨਾਂ ਨੂੰ ਪਿਆਰਾ ਲੱਗਣ ਲੱਗ ਪਿਆ।
ਪਰ ਬਾਅਦ ਦੇ ਵਿੱਚ ਜਦੋਂ ਚਰਚਾ ਕਾਫੀ ਵੱਡੇ ਪੱਧਰ ਤੇ ਛਿੜ ਪਈ ਤਾਂ ਹਰਭਜਨ ਸਿੰਘ ਹੋਰਾਂ ਨੇ ਇਸ ਗੱਲ ਦੇ ਉੱਤੇ ਸਫਾਈ ਦਿੱਤੀ ਕਿ ਨਹੀਂ, ਇਹ ਤਾਂ ਅਫਵਾਹਾਂ ਫੈਲਾਈਆਂ ਜਾ ਰਹੀਆਂ, ਮੇਰਾ ਹਾਲੇ ਕੋਈ ਵੀ ਇਰਾਦਾ ਨਹੀਂ ਹੈ। ਉਸ ਤੋਂ ਬਾਅਦ ਹਰਭਜਨ ਸਿੰਘ ਤੇ ਨਵਜੋਤ ਸਿੰਘ ਸਿੱਧੂ ਦੀ ਮੁਲਾਕਾਤ ਹੋਈ, ਜੱਫੀ ਪਾ ਕੇ ਮਿਲੇ ਤੇ ਸਿੱਧੂ ਹੋਰਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਉਹ ਫੋਟੋ ਪੋਸਟ ਕੀਤੀ ਤੇ ਉੱਤੇ ਲਿਖਿਆ ਸੰਭਾਵਨਾਵਾਂ ਭਰਪੂਰ ਮੁਲਾਕਾਤ ਸ਼ਾਈਨਿੰਗ ਸਟਾਰ ਭੱਜੀ। ਇਹਦੇ ਵਿੱਚ ਕੋਈ ਗੱਲ ਨਹੀਂ, ਕੋਈ ਦੋ ਰਾਇਆ ਨਹੀਂ ਵੀ ਉਹ ਸ਼ਾਈਨਿੰਗ ਸਟਾਰ ਹੈ, ਪਰ ਇਹ ਸੰਭਾਵਨਾਵਾਂ ਭਰਪੂਰ ਮੁਲਾਕਾਤ ਦੇ ਕੀ ਅਰਥ ਆ? ਹੁਣ ਸਵਾਲ ਇਹ ਆ ਕਿ ਹਰਭਜਨ ਸਿੰਘ ਭੱਜੀ ਕਾਂਗਰਸ ਦੇ ਵਿੱਚ ਸ਼ਾਮਲ ਹੋ ਰਹੇ ਆ। ਨਵਜੋਤ ਸਿੰਘ ਸਿੱਧੂ ਦੇ ਵੱਲੋਂ ਇੱਕ ਅੰਗਰੇਜ਼ੀ ਅਖਬਾਰ ਨੂੰ ਸੰਕੇਤ ਦਿੱਤੇ ਗਏ ਆ ਕਿ ਭੱਜੀ ਕਾਂਗਰਸ ਦੇ ਵਿੱਚ ਆ ਸਕਦੇ ਆ। ਜੇਕਰ ਭੱਜੀ ਕਾਂਗਰਸ ਦੇ ਵਿੱਚ ਆਉਂਦੇ ਆ ਤਾਂ ਕੀ ਇਹ ਭੱਜੀ ਦੇ ਲਈ ਜਾਂ ਇਹ ਕੀ ਕਾਂਗਰਸ ਦੇ ਲਈ ਜਾਂ ਜਿਹੜੀ ਵੀ ਥਾਂ ਦੇ ਉੱਤੋਂ ਉਹ ਉਮੀਦਵਾਰ ਬਣਨਗੇ ਉਸ ਖੇਤਰ ਦੇ ਲਈ ਸਾਰਾ ਕੁਝ ਠੀਕ ਹੋਊਗਾ? ਕਿਉਂਕਿ ਮਸ਼ਹੂਰ ਬੰਦਿਆਂ ਤੋਂ ਅੱਜ ਤੱਕ ਲੋਕਾਂ ਨੇ ਉਮੀਦ ਕਰਕੇ ਵੋਟਾਂ ਤਾਂ ਪਾਈਆਂ। ਮਸ਼ਹੂਰ ਬੰਦਾ ਕਰਕੇ ਸਨੀ ਦਿਓਲ ਨੂੰ ਵੋਟਾਂ ਪਾਈਆਂ, ਮਸ਼ਹੂਰ ਬੰਦੇ ਹੋਣ ਕਰਕੇ ਵਿਨੋਦ ਖੰਨਾ ਨੂੰ ਵੋਟਾਂ ਪੈਂਦੀਆਂ ਰਹੀਆਂ, ਸਿੱਧੂ ਸਾਹਿਬ ਨੂੰ ਵੀ ਵੋਟਾਂ ਪਾਈਆਂ। ਪਰ ਲੋਕ ਇਹ ਗੱਲ ਕਹਿੰਦੇ ਵੀ ਸਾਡੀਆਂ ਉਮੀਦਾਂ ਦੇ ਉੱਤੇ 100% ਖਰਾ ਕੋਈ ਉਤਰਦਾ ਨਹੀਂ। ਜਿਹੜਾ ਬੰਦਾ ਜਿਹੜੇ ਕੰਮ ਦੇ ਵਿੱਚ ਮੁਹਾਰਤ ਰੱਖਦਾ ਹੁੰਦਾ ਉਹ ਜਿੱਤ ਕੇ ਆਪਦੇ ਉਸ ਕੰਮ ਦੇ ਵੱਲ ਤੁਰ ਪੈਂਦਾ ਤੇ ਅਸੀਂ ਬਿਟ-ਬਿਟ ਤੱਕਦੇ ਰਹਿ ਜਾਂਦੇ ਆ। ਜਿਵੇਂ ਕਿ ਇਸ ਵੇਲੇ ਗੁਰਦਾਸਪੁਰ ਦੇ ਭੈਣਾ ਵੀਰ ਤੱਕ ਰਹੇ ਵੀ ਸਾਡਾ MP ਕਿੱਥੇ ਆ। MP ਸਾਹਿਬ ਗਦਰ 2 ਫਿਲਮ ਦੀ ਸ਼ੂਟਿੰਗ ਕਰਦੇ ਆ। ਉਹਨਾਂ ਦੇ ਖੇਤਰ ਦੇ ਲੋਕ ਇਹ ਗੱਲ ਕਹਿੰਦੇ ਵੀ ਸਾਨੂੰ ਤਾਂ ਗਦਰ 1 ਹੀ ਲੱਗਦੀ ਆ, ਸਾਨੂੰ ਤਾਂ ਗਦਰ ਵੈਸੇ ਹੀ ਲੱਗਦਾ ਵੀ ਕਿਉਂਕਿ ਤੁਸੀਂ ਸਾਨੂੰ ਮਿਲਦੇ ਨਹੀਂ ਗੇ, ਕਦੇ ਸਾਡੇ ਮਸਲੇ ਹੱਲ ਕੀਤੇ ਨਹੀਂ ਗੇ, ਇਉਂ ਲੱਗਦਾ ਵੀ ਤੁਸੀਂ ਕਦੇ ਆਪਣੇ ਹਲਕੇ ਨੂੰ ਆਪਣਾ ਹਲਕਾ ਮੰਨਿਆ ਹੀ ਨਹੀਂਗਾ। ਇਸ ਕਰਕੇ ਗਦਰ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਬਚਿਆ ਪਿਆ। ਸਰਹੱਦੀ ਖੇਤਰ ਹੋਣ ਦੇ ਬਾਵਜੂਦ ਤੁਸੀਂ ਇਸ ਮਸਲੇ ਦੇ ਵੱਲ ਕੋਈ ਖਿਆਲ ਹੀ ਨਹੀਂ ਕੀਤਾਗਾ। ਪਰ ਹਰਭਜਨ ਸਿੰਘ ਭੱਜੀ ਦੇ ਮੁਤਲਕ ਜਿਹੜੀਆਂ ਖਬਰਾਂ ਆ ਰਹੀਆਂ ਉਹ ਸਭ ਦਾ ਧਿਆਨ ਖਿੱਚਣ ਦੇ ਲਈ ਇਸ ਕਰਕੇ ਕਾਫੀ ਹੈ ਕਿਉਂਕਿ ਮਸ਼ਹੂਰ ਚਿਹਰਿਆਂ ਦੇ ਉੱਤੇ ਦਾ ਲਾਉਣਾ ਅੱਜ ਕੱਲ੍ਹ ਪਾਰਟੀਆਂ ਦਾ ਰਿਵਾਜ ਬਣ ਗਿਆ, ਪਾਰਟੀਆਂ ਦੀ ਇੱਕ ਆਦਤ ਬਣ ਗਈ ਆ। ਉਹ ਇਹ ਨਹੀਂ ਸੋਚਦੇ ਵੀ ਭਾਈ ਕੀ ਬਣੂਗਾ, ਇਹ ਜਦੋਂ ਸੀਟ ਜਿੱਤ ਗਏ ਲੋਕਾਂ ਦੀਆਂ ਉਮੀਦਾਂ ਤੇ ਖਰੇ ਉਤਰਨੀਆਂ ਕਿ ਨਹੀਂ। ਉਹ ਇਹ ਸੋਚਦੇ ਵੀ ਸੀਟ ਕੱਢ ਲੈਣਗੇ, ਬਾਕੀ ਦੀਆਂ ਗੱਲਾਂ ਢੱਠੇ ਖੂਹ 'ਚ ਪੈਣ, ਭਾਵੇਂ ਮਸ਼ਹੂਰ ਹੋਵੇ ਭਾਵੇਂ ਘੱਟ ਮਸ਼ਹੂਰ ਹੋਵੇ, ਬਾਅਦ ਦੇ ਵਿੱਚ ਕਿਹੜਾ ਲੱਭਣਾ। ਇਸ ਕਰਕੇ ਸੀਟ ਨਿਕਲ ਜੇ ਇੱਕ ਵਾਰੀ, ਬਾਅਦ ਦੀਆਂ ਗੱਲਾਂ ਬਾਅਦ ਦੇ ਵਿੱਚ ਵੇਖਾਂਗੇ। ਇਹ ਰਿਵਾਜ, ਇਹ ਰੁਝਾਨ ਮਾੜਾ, ਹਲਕੇ ਦੇ ਲੋਕਾਂ ਵਾਸਤੇ ਮਾੜਾ, ਪੰਜਾਬ ਦੇ ਲਈ ਮਾੜਾ, ਦੇਸ਼ ਦੇ ਲਈ ਵੀ ਮਾੜਾ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਦੇ ਕਾਂਗਰਸ ਦੇ ਵਿੱਚ ਸ਼ਾਮਲ ਹੋਣ ਦੀ ਚਰਚਾ ਤੇਜ਼ ਹੋ ਗਈ ਹੈ। ਕਿਆਸ ਲਾਏ ਜਾ ਰਹੇ ਨੇ ਕਿ ਲੁਧਿਆਣਾ ਦੇ ਵਿੱਚ ਕਾਂਗਰਸ ਖੁਦ ਨੂੰ ਮਜ਼ਬੂਤ ਕਰਨ ਦੇ ਲਈ ਭੱਜੀ ਦੇ ਉੱਤੇ ਦਾਅ ਲਾ ਸਕਦੀ ਹੈ। ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸੰਕੇਤ ਦਿੱਤੇ ਨੇ ਕਿ ਭੱਜੀ ਜਲਦ ਹੀ ਕਾਂਗਰਸ ਦੇ ਵਿੱਚ ਸ਼ਾਮਲ ਹੋ ਸਕਦੇ ਨੇ। ਦਰਅਸਲ ਹਰਭਜਨ ਸਿੰਘ ਨੇ ਕਾਂਗਰਸ ਦੇ ਵਿੱਚ ਸ਼ਾਮਲ ਹੋਣ ਦੀ ਚਰਚਾ ਉਸ ਵਕਤ ਤੇਜ਼ ਹੋ ਗਈ ਜਦੋਂ ਬੁੱਧਵਾਰ ਨੂੰ ਸਿੱਧੂ ਨੇ ਭੱਜੀ ਨਾਲ ਆਪਣੀ ਇੱਕ ਤਸਵੀਰ ਟਵਿੱਟਰ ਤੇ ਸ਼ੇਅਰ ਕੀਤੀ। ਇਸ ਤੋਂ ਬਾਅਦ ਆਫ ਸਪਿਨਰ ਦੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਵਿੱਚ ਸ਼ਾਮਲ ਹੋਣ ਦੀਆਂ ਅਟਕਲਾਂ ਲਾਈਆਂ ਜਾ ਰਹੀਆਂ ਸਨ। ਸਿੱਧੂ ਨੇ ਟਵੀਟ ਕੀਤਾ, ਸੰਭਾਵਨਾਵਾਂ ਨਾਲ ਸਟਾਰ ਭੱਜੀ ਨਾਲ ਇੱਕ ਤਸਵੀਰ ਪੋਸਟ ਕੀਤੀ ਗਈ ਹੈ। ਹਰਭਜਨ ਸਿੰਘ ਲੁਧਿਆਣਾ ਤੋਂ ਵਿਧਾਨ ਸਭਾ ਚੋਣਾਂ ਦੇ ਲਈ ਟਿਕਟ ਲੈ ਸਕਦੇ ਨੇ ਜਾਂ ਉਹਨਾਂ ਨੂੰ ਮਿਲ ਸਕਦੀ ਹੈ। ਸਿੱਧੂ ਨੇ ਕਿਹਾ ਕਿ ਹਰਭਜਨ ਨਾਲ ਸ਼ੇਅਰ ਕੀਤੀ ਗਈ ਤਸਵੀਰ ਸਭ ਕੁਝ ਦੱਸਦੀ ਹੈ। ਤਸਵੀਰ ਬਾਰੇ ਪੁੱਛੇ ਜਾਣ ਤੇ ਸਿੱਧੂ ਨੇ ਕਿਹਾ, ਮੇਰੀ ਗੱਲ ਸੁਣੋ, ਇਹ ਤਸਵੀਰ ਸਭ ਕੁਝ ਦੱਸਦੀ ਹੈ। ਮੈਂ ਕਿਹਾ ਸੰਭਾਵਨਾਵਾਂ ਨਾਲ ਭਰਪੂਰ, ਉਸ ਕੋਲ ਬਹੁਤ ਸਾਰੀਆਂ ਸੰਭਾਵਨਾਵਾਂ ਹਨ। ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਦੇ ਮੁਤਾਬਕ ਸਿੱਧੂ ਪਿਛਲੇ ਕਈ ਦਿਨਾਂ ਤੋਂ ਭੱਜੀ ਦੇ ਨਾਲ ਸੰਪਰਕ ਬਣਾਉਣ ਤੇ ਮਨਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਸਿੱਧੂ ਤੇ ਹਰਭਜਨ ਦੀ ਇੱਕ ਦੋਸਤ ਰਾਹੀਂ ਮੁਲਾਕਾਤ ਹੋਈ ਹੈ। ਸਿੱਧੂ ਦੀ ਕੋਸ਼ਿਸ਼ ਹਰਭਜਨ ਸਿੰਘ ਨੂੰ ਪਾਰਟੀ ਵਿੱਚ ਲਿਆ ਕੇ ਦੁਆਬਾ ਖੇਤਰ ਦੇ ਵਿੱਚ ਮਜ਼ਬੂਤੀ ਹਾਸਲ ਕਰਨ ਦੀ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜਿਹੜਾ ਵੀ ਸੱਜਣ ਜਿਹੜੀ ਵੀ ਪਾਰਟੀ ਦੇ ਵਿੱਚ ਆਉਣਾ ਚਾਹੁੰਦਾ ਜਾਂ ਆ ਚੁੱਕਿਆ, ਸਾਨੂੰ ਇਹਦੇ ਉੱਤੇ ਇਤਰਾਜ਼ ਨਹੀਂ, ਬਸ਼ਰਤੇ ਉਹ ਜਿੱਤਣ ਤੋਂ ਬਾਅਦ ਲੋਕਾਂ ਦੀਆਂ ਉਮੀਦਾਂ ਦੇ ਉੱਤੇ ਖਰਾ ਉਤਰੇ, ਜਿਵੇਂ ਕਿ ਅੱਜ ਤੱਕ ਬਹੁਤੇ ਨਹੀਂ ਉਤਰੇ। ਤੁਸੀਂ ਪਛਾਣ ਦੇ ਵੱਲ ਝਾਤ ਮਾਰ ਲਓ, ਇੱਕੜ ਦੁੱਕੜ ਕਲਾਕਾਰ ਹੋਣਗੇ ਜਿਨ੍ਹਾਂ ਦੇ ਉੱਤੇ ਤੁਹਾਨੂੰ ਰਸ਼ਕ ਹੋਊਗਾ, ਜਿਨ੍ਹਾਂ ਦੇ ਉੱਤੇ ਪੰਜਾਬੀਆਂ ਨੂੰ ਮਾਣ ਹੋਊਗਾ ਵੀ ਯਾਰ ਇਹਨੂੰ ਵੋਟਾਂ ਪਾ ਕੇ ਅਸੀਂ ਗਲਤ ਨਹੀਂ ਕੀਤਾ। ਨਹੀਂ ਤਾਂ ਬਹੁਤੀ ਵਾਰ ਵੋਟਾਂ ਪਾ ਕੇ, ਵੈਸੇ ਤਾਂ ਭਾਵੇਂ ਉਹ ਕਲਾਕਾਰ ਨਾ ਵੀ ਹੋਵੇ, ਵੈਸੇ ਤਾਂ ਰਾਜਨੀਤਿਕ ਲੋਕ ਸਾਰੇ ਹੀ ਕਲਾਕਾਰ ਬਣੇ ਹੋਏ ਆ, ਕਿਉਂਕਿ ਇਉਂ ਲੱਗਦਾ ਵੀ ਮਨੋਰੰਜਨ ਕਰਨ ਦੇ ਲਈ ਆ ਸਾਰੇ। ਸੋ ਇਸ ਕਰਕੇ ਜਦੋਂ ਹੁਣ ਬੰਦਾ ਉਮੀਦ ਦੇ ਉੱਤੇ ਖਰਾ ਨਹੀਂ ਉਤਰਦਾ, ਚੁਣਿਆ ਹੋਇਆ ਨੁਮਾਇੰਦਾ, ਉਦੋਂ ਲੋਕਾਂ ਦਾ ਦਿਲ ਟੁੱਟਦਾ। ਪਰ ਲੋਕ ਕਿਉਂਕਿ ਪ੍ਰਸ਼ੰਸਕ ਹੁੰਦੇ ਆ, ਇਸ ਕਰਕੇ ਸੈਲਫੀ ਦੇ ਚੱਕਰ ਦੇ ਵਿੱਚ ਫੇਰ ਵੋਟ ਪਾਉਂਦੇ ਆ। ਹਰਭਜਨ ਸਿੰਘ ਕਾਂਗਰਸ ਦੇ ਵਿੱਚ ਆਉਂਦੇ ਆ ਨਹੀਂ ਆਉਂਦੇ ਆ ਬਾਅਦ ਦੀ ਗੱਲ ਆ, ਪਰ ਉਹ ਜਿੱਥੇ ਵੀ ਜਾਣ, ਜਿਹੜੀ ਵੀ ਪਾਰਟੀ ਦੇ ਵਿੱਚ ਜਾਣ, ਜਿੱਥੋਂ ਵੀ ਚੋਣ ਲੜਨ, ਅਸੀਂ ਚਾਹੁੰਦੇ ਜਿੱਤ ਵੀ ਜਾਣ, ਬਾਕੀ ਵੀ ਸਾਰੇ ਜਿੱਤ ਜਾਣ, ਪਰ ਲੋਕਾਂ ਦੀਆਂ ਉਮੀਦਾਂ ਦੇ ਉੱਤੇ ਵਦਾਣੀ ਸੱਟ ਨਾ ਮਾਰਨ, ਲੋਕਾਂ ਦੀਆਂ ਉਮੀਦਾਂ ਨੂੰ ਨਾ ਤੜਕਾਉਣ, ਲੋਕਾਂ ਦੀਆਂ ਆਸਾਂ ਦੇ ਉੱਤੇ ਖਰੇ ਉਤਰਨ, ਇਹ ਉਹ ਆਪਣਾ ਪਹਿਲ ਪਲੱਕੜਾ ਫਰਜ਼ ਸਮਝਣ। ਉਸ ਤੋਂ ਅਗਲੀ ਗੱਲ ਇਹ ਹੈ ਵੀ ਪੰਜਾਬ ਦੇ ਵਿੱਚ ਜਿਸ ਤਰੀਕੇ ਦੀ ਇਸ ਵਕਤ ਹਨੇਰੀ ਚੱਲ ਰਹੀ ਹੈ ਤੇ ਉਹਦੇ ਵਿੱਚ ਨਜ਼ਰ ਕੁਝ ਨਹੀਂ ਆਉਂਦਾ, ਸਾਫ਼ ਤੇ ਸਪਸ਼ਟ ਕੁਝ ਨਹੀਂ ਹੋ ਰਿਹਾ। ਹੈਰਾਨੀ ਇਸ ਗੱਲ ਦੀ ਹੈ ਵੀ ਸਿੱਧੂ ਤੇ ਚੰਨੀ ਦਰਮਿਆਨ ਜੋ ਮਤਭੇਦ ਆ ਉਹ ਬਿਲਕੁਲ ਸਾਹਮਣੇ ਨਜ਼ਰ ਆ ਰਹੇ ਆ।
ਪਿਛਲੇ ਦਿਨੀ ਚੋਣ ਕਮੇਟੀ ਦੀ ਇੱਕ ਮੀਟਿੰਗ ਹੋਈ। ਚੋਣ ਕਮੇਟੀ ਦੀ ਮੀਟਿੰਗ ਦੇ ਵਿੱਚ ਸੁਨੀਲ ਜਾਖੜ ਸਾਹਿਬ ਵੀ ਸੀ, ਉਹਦੇ ਵਿੱਚ ਚੰਨੀ ਸਾਹਿਬ ਵੀ ਸੀ, ਸਿੱਧੂ ਸਾਹਿਬ ਵੀ ਸੀ, ਪ੍ਰਗਟ ਸਿੰਘ ਵੀ ਸੀ, ਹੋਰ ਵੀ ਸੀਗੇ। ਉਹਦੇ ਵਿੱਚ ਸਿੱਧੂ ਹੋਰਾਂ ਨੇ ਇਸ ਗੱਲ ਦੇ ਉੱਤੇ ਇਤਰਾਜ਼ ਪ੍ਰਗਟਾਇਆ ਵੀ ਹਰ ਥਾਂ ਦੇ ਉੱਤੇ ਚੰਨੀ ਸਾਹਿਬ ਆਪਣਾ ਨਾਂ ਕਿਉਂ ਵਰਤਦੇ ਆ, ਪਾਰਟੀ ਦੀ ਗੱਲ ਕਰਨ, ਵਿਅਕਤੀ ਵਿਸ਼ੇਸ਼ ਦੀ ਗੱਲ ਕਿਹੜੀ ਗੱਲੋਂ ਹੋ ਰਹੀ ਹੈ। ਮਤਲਬ ਇੱਥੇ ਵੀ ਮਤਭੇਦ ਨਜ਼ਰ ਆ ਰਹੇ ਆ। ਸੋ ਹੁਣ ਸਿੱਧੂ ਸਾਹਿਬ ਲੰਘੇ ਕੱਲ੍ਹ ਰਾਏਕੋਟ ਦੀ ਇੱਕ ਰੈਲੀ ਦੇ ਵਿੱਚ ਗਏ। ਉੱਥੇ ਕਹਿੰਦੇ ਵੀ ਚੰਨੀ ਮੇਰਾ ਛੋਟਾ ਬਾਈ, ਮੈਂ ਤੇ ਚੰਨੀ ਦੋਵੇਂ ਬਲਦਾਂ ਦੀ ਜੋੜੀ ਵਰਗੇ ਆ, ਤੇ ਬਲਦਾਂ ਦੀ ਜੋੜੀ ਜੈ ਜਵਾਨ ਤੇ ਜੈ ਕਿਸਾਨ, ਦੇਖੋ ਤੁਸੀਂ ਅਸੀਂ ਕਿਵੇਂ ਕਮਾਲ ਕਰਦੇ ਆ। ਸੋ ਸਿੱਧੂ ਸਾਹਿਬ ਆਉਂਦੇ ਸਮੇਂ ਦੇ ਲਈ ਆਪਣੇ ਆਪ ਨੂੰ ਮੁੱਖ ਮੰਤਰੀ ਚਿਹਰੇ ਦੇ ਤੌਰ ਦੇ ਉੱਤੇ ਵੀ ਪੇਸ਼ ਕਰ ਰਹੇ ਆ। ਉਹ ਇਹ ਗੱਲ ਕਹਿ ਰਹੇ ਆ ਕਿ 2022 ਦੀਆਂ ਚੋਣਾਂ ਤੋਂ ਬਾਅਦ ਜਦੋਂ ਮੇਰਾ ਮਾਡਲ ਲਾਗੂ ਹੋ ਗਿਆ ਤੇ ਫਿਰ ਪੰਜਾਬ ਦਾ ਦੇਖੋ ਕਿਵੇਂ ਅਸੀਂ ਤਕਦੀਰ ਬਦਲਦੇ ਹਾਂ, ਵਾਰੇ ਨਿਆਰੇ ਕਰਦੇ ਹਾਂ, ਫਿਰ ਦੇਖੋ ਸਾਰੇ ਪਾਸੇ ਪੌਂ-ਬਾਰਾਂ ਹੋ ਜਾਣਗੀਆਂ। ਉਹ ਕਈ ਵਾਰ ਰੌਂ ਦੇ ਵਿੱਚ ਆਏ, ਤੱਤੇ ਰੌਂ ਦੇ ਵਿੱਚ ਸੰਕੇਤਕ ਤੌਰ ਦੇ ਉੱਤੇ ਉਮੀਦਵਾਰ ਵੀ ਐਲਾਨ ਜਾਂਦੇ ਆ। ਜਿਹਦੇ ਹੱਕ ਦੇ ਵਿੱਚ ਹੁੰਦੇ ਆ ਉਹਨੂੰ ਮਾਈਕ ਦੇ ਮੂਹਰੇ ਖੜਾ ਕਰਕੇ ਜੱਫੀ ਪਾ ਕੇ ਕਹਿੰਦੇ ਵੀ ਆਹ ਬੰਦਾ ਦੇਖੋ ਹਲਕੇ ਦਾ ਕਿਵੇਂ ਵਿਕਾਸ ਕਰਦਾ। ਸ਼ਿਕਾਇਤਾਂ ਹਾਈਕਮਾਨ ਤੱਕ ਜਾਣ ਲੱਗ ਪਈਆਂ ਕਿ ਸਿੱਧੂ ਸਾਹਿਬ ਤਾਂ ਵੇਲੇ ਤੋਂ ਪਹਿਲਾਂ ਹੀ ਬੰਦੇ ਐਲਾਨੀ ਜਾਂਦੇ ਆ, ਤੇ ਜਿਹੜੇ ਸੁਭਾਵਨਾ ਭਰਪੂਰ ਹੁੰਦੇ, ਜਿਨ੍ਹਾਂ ਨੂੰ ਆਸ ਹੁੰਦੀ ਟਿਕਟ ਦੀ, ਉਹ ਫਿਰ ਦੂਜੇ ਪਾਸੇ ਜ਼ੋਰ ਲਾਉਣਾ ਸ਼ੁਰੂ ਕਰ ਦਿੰਦੇ ਆ। ਆਉਂਦੇ ਸਮੇਂ ਦੇ ਵਿੱਚ ਕਾਂਗਰਸ ਦੇ ਵਿੱਚ ਟਿਕਟਾਂ ਦੇ ਮਾਮਲੇ ਨੂੰ ਲੈ ਕੇ ਬਹੁਤ ਵੱਡਾ ਖਿਲਾਰਾ ਪੈਣਾ। ਕੋਈ ਮੰਨੇ ਜਾਂ ਨਾ ਮੰਨੇ, ਬਹੁਤ ਸਾਰੇ ਬੰਦੇ ਟੁੱਟਣੇ ਆ। ਕੱਲ੍ਹ ਇਹ ਵੀ ਖਬਰਾਂ ਆਉਣ ਲੱਗ ਪਈਆਂ ਸੀ ਕਿ ਗੁਰਮੀਤ ਸਿੰਘ ਸੋਢੀ ਜਿਹੜੇ ਕਿ ਸਾਬਕਾ ਖੇਡ ਮੰਤਰੀ ਆ, ਕੈਪਟਨ ਖੇਮੇ ਦੇ ਪੱਕੇ ਆ, ਕੈਪਟਨ ਦੇ ਲਈ ਉਹਨਾਂ ਨੇ ਬਹੁਤ ਕੁਝ ਕੀਤਾ ਤੇ ਕੈਪਟਨ ਨੇ ਉਹਨਾਂ ਦੇ ਲਈ ਵੀ, ਉਹ ਆਉਂਦੇ ਸਮੇਂ ਦੇ ਵਿੱਚ ਸ਼ਾਇਦ ਪੰਜਾਬ ਲੋਕ ਕਾਂਗਰਸ ਦੇ ਵਿੱਚ ਚਲੇ ਜਾਣ। ਸ਼ਾਇਦ ਸ਼ਬਦ ਵਰਤ ਰਹੇ ਆ, ਕੱਲ੍ਹ ਦਾ ਪਤਾ ਨਹੀਂ, ਪਰ ਆਸ ਕਰਨੀ ਬਣਦੀ ਹੈ ਕੈਪਟਨ ਦੇ ਮਿੱਤਰ ਬੇਲੀ ਸਾਥ ਨਹੀਂ ਛੱਡਣਗੇ। ਲੰਘੇ ਕੱਲ੍ਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖੁੱਡੀਆਂ ਪਿੰਡ ਦੇ ਵਿੱਚ ਗਏ, ਮਾਲਵੇ ਦੇ ਵਿੱਚ। ਉੱਥੇ ਉਹਨਾਂ ਨੇ ਗੁਰਮੀਤ ਸਿੰਘ ਖੁੱਡੀਆਂ ਦੇ ਹੱਕ ਦੇ ਵਿੱਚ ਰੈਲੀ ਕੀਤੀ ਹੈ। ਇਸ ਰੈਲੀ ਦੇ ਵਿੱਚ ਬੜੀ ਵੱਡੀ ਗਿਣਤੀ ਦੇ ਵਿੱਚ ਲੋਕ ਉਮੜ ਕੇ ਆਏ ਆ। ਗੁਰਮੀਤ ਸਿੰਘ ਖੁੱਡੀਆਂ ਬੇਦਾਗ ਵਿਅਕਤੀ ਆ, ਇਹਦੇ ਵਿੱਚ ਕੋਈ ਦੋ ਰਾਇਆ ਨਹੀਂ। ਜਥੇਦਾਰ ਜਗਦੇਵ ਸਿੰਘ ਖੁੱਡੀਆਂ ਦਾ ਸਿਆਸਤ ਦੇ ਵਿੱਚ ਕਿਸੇ ਵੇਲੇ ਬਹੁਤ ਵੱਡਾ ਨਾਂ ਰਿਹਾ। ਸਾਦੇ ਵੀ ਸੀ, ਸੁਹਿਰਦ ਵੀ ਸੀ, ਪੰਜਾਬ ਨੂੰ ਪ੍ਰਣਾਏ ਵੀ ਸੀ, ਤੇ ਛੰਗਣ ਮੰਗਣ ਜਿਹੜੇ ਕਿ ਅੱਜ ਦੇ ਬਹੁ ਗਿਣਤੀ ਰਾਜਨੀਤਿਕ ਲੋਕ ਕਰਦੇ, ਉਹਨਾਂ ਨੇ ਕਦੇ ਕੀਤੇ ਨਹੀਂ ਸੀ। ਉਹਨਾਂ ਦੀਆਂ ਗੱਲਾਂ ਉਹਨਾਂ ਦੇ ਪੁੱਤਰ ਦੇ ਵਿੱਚ ਵੀ ਦਿਖਾਈ ਦਿੰਦੀਆਂ। ਅਸੀਂ ਕਿਤੇ ਵਿਅਕਤੀ ਵਿਸ਼ੇਸ਼ ਦੀ ਸਿਫਤ ਨਹੀਂ ਕਰਦੇ, ਪਰ ਜੋ ਹੈ ਉਹ ਤਾਂ ਹੈ। ਅਗਲੀ ਗੱਲ ਇਹ ਹੈ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ 2017 ਦੇ ਵਿੱਚ ਗੁਰਮੀਤ ਸਿੰਘ ਖੁੱਡੀਆਂ ਨੂੰ ਕਿਹਾ ਵੀ ਇੱਥੋਂ ਮੈਂ ਚੋਣ ਲੜਨੀ ਆ ਲੰਬੀ ਤੋਂ ਆ ਕੇ, ਬਾਅਦ ਦੇ ਵਿੱਚ ਤੁਹਾਨੂੰ ਐਡਜਸਟ ਕਰ ਲਾਂਗੇ, ਤੇ ਬਾਅਦ ਦੇ ਵਿੱਚ ਕਿਹਨੇ ਐਡਜਸਟ ਕਰਨਾ ਸੀ? ਉਹ ਉੱਥੋਂ ਹਾਰ ਗਏ, ਪਟਿਆਲਿਓਂ ਜਿੱਤ ਗਏ। ਖੁੱਡੀਆਂ ਸਾਹਿਬ ਨੂੰ ਪੁੱਛਿਆ ਕਿਸੇ ਨੇ ਨਹੀਂ। ਫਿਰ ਉਹ ਕੁਝ ਕੁ ਮਹੀਨੇ ਪਹਿਲਾਂ ਆਮ ਆਦਮੀ ਪਾਰਟੀ 'ਚ ਆ ਗਏ। ਆਮ ਆਦਮੀ ਪਾਰਟੀ ਨੇ ਲੰਬੀ ਤੋਂ ਟਿਕਟ ਦੇ ਦਿੱਤੀ ਹੈ ਤੇ ਕੇਜਰੀਵਾਲ ਹੋਰੀ ਪ੍ਰਚਾਰ ਕਰਨ ਦੇ ਲਈ ਗਏ। ਇੱਥੇ ਕੇਜਰੀਵਾਲ ਹੋਰਾਂ ਨੇ ਦੋ ਤਿੰਨ ਗੱਲਾਂ ਕਹੀਆਂ। ਉਹ ਕਹਿੰਦੇ ਵੀ ਤੁਸੀਂ ਅਕਾਲੀ ਦਲ ਨੂੰ ਵੀ ਮੌਕਾ ਦੇ ਕੇ ਦੇਖ ਲਿਆ ਵਾਰ-ਵਾਰ, ਤੇ ਕਾਂਗਰਸ ਨੂੰ ਵੀ ਮੌਕਾ ਦੇ ਕੇ ਦੇਖ ਲਿਆ। ਭਾਵੇਂ ਅਸੀਂ ਮਾੜੇ ਹੋਈਏ, ਭਾਵੇਂ ਅਸੀਂ ਚੰਗੇ ਹੋਈਏ, ਇਹ ਤਾਂ ਸਾਨੂੰ ਪਰਖ ਕੇ ਪਤਾ ਲੱਗੂਗਾ, ਪਰ ਇੱਕ ਵਾਰ ਸਾਨੂੰ ਮੌਕਾ ਤਾਂ ਦੇ ਦਿਓ। ਮੌਕਾ ਦੇ ਕੇ ਤਾਂ ਦੇਖੋ। ਜੇ ਅਸੀਂ ਤੁਹਾਨੂੰ ਚੰਗੇ ਨਾ ਲੱਗੇ, ਅਗਲੀ ਵਾਰ ਨਾ ਮੌਕਾ ਦਿਓ। ਜੇ ਤੁਹਾਨੂੰ ਇਹ ਲੱਗਿਆ ਜੀ ਕਿ ਇਹ ਤਾਂ ਸਿਰਫ ਗੱਲਾਂ ਵਾਲੇ ਸੀ, ਫਿਰ ਸਾਨੂੰ ਨਾ ਮੌਕਾ ਦਿਓ। ਅਰਵਿੰਦ ਕੇਜਰੀਵਾਲ ਹੋਰਾਂ ਨੇ ਤੇ ਭਗਵੰਤ ਮਾਨ ਹੋਰਾਂ ਨੇ ਇੱਥੇ ਪਹੁੰਚ ਕੇ ਵੱਡੇ ਪੱਧਰ ਦੇ ਉੱਤੇ ਲੋਕਾਂ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਵੀ ਕੀਤੀ ਹੈ, ਲਾਮਬੰਦੀ ਕੀਤੀ ਹੈ, ਤੇ ਪੰਜਾਬ ਦੇ ਵਿੱਚ ਇਸ ਵਕਤ ਰੈਲੀਆਂ ਦਾ ਜ਼ੋਰ ਸਿਖਰਾਂ ਦੇ ਉੱਤੇ ਹੈ। ਇੱਧਰ ਸੁਖਬੀਰ ਸਿੰਘ ਬਾਦਲ ਰੈਲੀਆਂ ਕਰ ਰਹੇ ਆ, ਇੱਧਰੋਂ ਅਰਵਿੰਦ ਕੇਜਰੀਵਾਲ ਲਗਾਤਾਰ ਕਰ ਰਹੇ ਆ, ਭਗਵੰਤ ਮਾਨ ਹੋਰੀ ਕਰ ਰਹੇ ਆ, ਹਰਪਾਲ ਸਿੰਘ ਚੀਮਾ ਹੋਰੀ ਕਰ ਰਹੇ ਆ, ਉੱਧਰੋਂ ਚੰਨੀ ਸਾਹਿਬ ਵੀ ਕਰ ਰਹੇ ਆ, ਤੇ ਉੱਧਰੋਂ ਨਵਜੋਤ ਸਿੰਘ ਸਿੱਧੂ ਕਰ ਰਹੇ ਆ। ਸੋ ਹਰ ਪਾਸੇ ਰੈਲੀਆਂ 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 ਨਜ਼ਰ ਆ ਰਹੀਆਂ। ਇਹਨਾਂ ਰੈਲੀਆਂ ਦੇ ਵਿੱਚੋਂ ਆਉਂਦੇ ਸਮੇਂ ਦੇ ਵਿੱਚ ਨਿਕਲੂ ਕੀ ਪੰਜਾਬ ਦੇ ਲਈ, ਇਹ ਵਕਤ ਬਿਆਨ ਕਰੂਗਾ। ਪਰ ਆਮ ਆਦਮੀ ਪਾਰਟੀ ਦੇ ਉੱਤੇ ਫਿਰ ਉਹੀ ਸਵਾਲ ਕਿ ਤੁਹਾਡਾ ਲਾੜਾ ਕੌਣ ਆ? ਬਰਾਤ ਮਗਰ ਤੁਰੀ ਫਿਰਦੀ ਆ, ਲਾੜਾ ਕੌਣ ਆ? ਇਹ ਮੈਂ ਨਹੀਂ ਕਹਿੰਦਾ, ਇਹ ਨਵਜੋਤ ਸਿੰਘ ਸਿੱਧੂ ਤੇ ਬਾਕੀ ਵੀ ਜਿਹੜੇ ਆ ਸ਼ਰੀਕੇ ਭਾਈਚਾਰੇ ਵਾਲੇ ਨੇਤਾ ਕਹਿੰਦੇ ਆ। ਸੋ ਵਕਤ ਬਿਆਨ ਕਰੂਗਾ ਕਿ ਆਮ ਆਦਮੀ ਪਾਰਟੀ ਕਿਹਨੂੰ ਸੀਐਮ ਕੈਂਡੀਡੇਟ ਐਲਾਨਦੀ ਆ। ਇੱਕ ਦਿਨ ਹੋਰ ਘਟ ਗਿਆ, 18 ਦਿਨ ਰਹਿ ਗਏ ਆ। ਕੇਜਰੀਵਾਲ ਸਾਹਿਬ ਦੇ ਕੀਤੇ ਹੋਏ ਵਾਅਦੇ ਮੁਤਾਬਕ, ਦਿੱਤੀ ਹੋਈ ਜਾਣਕਾਰੀ ਦੇ ਮੁਤਾਬਕ ਉਹਨਾਂ ਨੇ ਕਿਹਾ ਸੀ ਕਿ 20 ਦਿਨਾਂ ਬਾਅਦ ਅਸੀਂ ਐਲਾਨ ਕਰ ਦਿਆਂਗੇ। ਸੀਐਮ ਚਿਹਰਾ ਫਾਈਨਲ ਆ, ਤੇ ਹੈਰਾਨ ਕਰਦਾ ਉਹ ਚਿਹਰਾ ਹੋਊਗਾ। ਸੋ ਦੇਖੋ ਕੌਣ ਹੈਰਾਨ ਕਰਦਾ। ਵਿੱਚੇ ਲੋਕ ਕਹਿੰਦੇ ਆ ਕਿ ਬਲਵੀਰ ਸਿੰਘ ਰਾਜੇਵਾਲ ਹੋ ਸਕਦੇ ਆ, ਵਿੱਚੇ ਕਹਿੰਦੇ ਕਿ ਨਹੀਂ ਕੋਈ ਹੋਰ ਸ਼ਖਸੀਅਤ ਆ, ਕੁਝ ਲੋਕ ਕਹਿੰਦੇ ਕਿ ਭਗਵੰਤ ਮਾਨ ਹੀ ਹੋਣਗੇ। ਸੋ ਇਹ ਗੱਲ ਕਲੀਅਰ ਨਹੀਂ ਹੋ ਰਹੀ, ਸਮਾਂ ਕਲੀਅਰ ਕਰੂਗਾ। ਖਬਰਾਂ ਦੇ ਉੱਤੇ ਵਿਚਾਰ ਚਰਚਾ ਹੋਰ ਵੀ ਹੋ ਸਕਦੀ ਸੀ, ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।